ਢਿੱਲੋਂ ਸਾਹਿਬ, ਜਿਹੜਾ ਆਪਾਂ ਕਿਸਾਨਾਂ ਦੇ ਸੰਘਰਸ਼ ਨੇ ਇੱਥੋਂ ਤੱਕ ਜਿਹੜੇ ਸਾਡੇ ਲੀਡਰਾਂ ਨੂੰ ਲਿਫਾ ਕੇ ਰੱਖ ਦਿੱਤਾ ਆ, ਨਾ ਚਾਹੁੰਦਿਆਂ ਹੋਇਆਂ ਵੀ ਅਸਤੀਫਾ ਦਿੱਤਾ ਗਿਆ, ਨਾ ਚਾਹੁੰਦਿਆਂ ਹੋਇਆਂ ਵੀ 9 ਮਾਸ ਦਾ ਰਿਸ਼ਤਾ, ਤੀਵੀਂ ਆਦਮੀ ਵਾਲਾ ਰਿਸ਼ਤਾ ਉਹ ਤੋੜਨਾ ਪਿਆ, ਤੇ ਨਾ ਚਾਹੁੰਦਿਆਂ ਹੋਇਆਂ ਹੀ ਜਿਹੜੇ ਹੁਣ ਪਦਮ ਅਵਾਰਡ ਮਿਲੇ ਸੀਗੇ, ਬੜੇ ਬੜੇ ਵੱਡੇ ਅਵਾਰਡ ਮਿਲੇ ਸੀਗੇ। ਬਾਦਲ ਨੇ ਜਿਹੜਾ ਪਦਮ ਭੂਸ਼ਣ ਵਾਪਸ ਕੀਤਾ, ਤੇ ਢੀਂਡਸਾ ਨੇ ਵੀ ਜਿਹੜਾ ਪਦਮ ਭੂਸ਼ਣ ਆ ਉਹ ਮੋੜਨ ਦਾ ਐਲਾਨ ਕਰ ਦਿੱਤਾ ਜੀ। ਬਿਲਕੁਲ ਚੰਦੀ ਸਾਹਿਬ, ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦਾ ਸਵਾਗਤ ਕਰਨਾ ਬਣਦਾ ਹੈ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਫੈਸਲਾ ਲਿਆ ਹੈ ਤੇ ਉਹਨਾਂ ਦਾ ਨਾਲ ਦੀ ਨਾਲ ਹੀ ਪਿੱਛਾ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ। ਮੈਂ ਪਹਿਲੀ ਨਜ਼ਰੇ ਇਹਨੂੰ ਵੈਲਕਮ ਕਰਦਾ, ਸਵਾਗਤ ਕਰਦਾ, ਕਿਉਂਕਿ ਕੱਲ ਜਿਸ ਵੇਲੇ ਇਹ ਫੈਸਲਾ ਲਿਆ ਹੈ ਉਹਨਾਂ ਨੇ ਚਿੱਠੀ ਲਿਖੀ ਹੈ ਦੇਸ਼ ਦੇ ਰਾਸ਼ਟਰਪਤੀ ਨੂੰ 3 ਪੇਜਾਂ ਦੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਜੋ ਕੁਝ ਵੀ ਹਾਂ ਇਹ ਕਿਸਾਨੀ ਦੀ ਬਦੌਲਤ ਹੈ। ਮੈਂ ਪਹਿਲਾਂ ਇੱਕ ਕਿਸਾਨ, ਬਾਅਦ ਦੇ ਵਿੱਚ ਮੈਂ ਰਾਜਨੀਤਿਕ ਬੰਦਾ ਬਣਦਾ ਔਰ ਫਿਰ ਮੈਂ ਅਹਿਮ ਪੋਜੀਸ਼ਨਾਂ ਹਾਸਲ ਕਰਦਾ, ਤੇ ਅੱਜ ਕਿਸਾਨੀ ਜਿਹੜੀ ਹੈਗੀ ਆ ਉਹਦੀ ਹਾਲਤ ਬੜੀ ਤਰਸਯੋਗ ਹੈ। ਕਿਸਾਨੀ ਦੇ ਨਾਲ ਬੜਾ ਭੈੜਾ ਵਰਤਾਓ ਹੋ ਰਿਹਾ ਹੈ, ਕਿਸਾਨੀ ਨੂੰ ਖਤਮ ਕਰਨ ਵਰਗੇ ਕਾਨੂੰਨ ਬਣਾਏ ਜਾ ਰਹੇ ਹੈ। ਇਸ ਕਰਕੇ ਉਹ ਕਹਿੰਦੇ ਵੀ ਇਸ ਮੌਕੇ ਦੇ ਉੱਤੇ ਮੈਂ ਆਪਣੇ ਅਹੁਦੇ ਜਿਹੜਾ ਮੈਨੂੰ ਇਹ ਦਿੱਤਾ ਹੈ ਪਦਮ ਵਿਭੂਸ਼ਣ, ਉਹ ਮੈਂ ਵਾਪਸ ਕਰਦਾ। ਇਹਨੂੰ ਇਸ ਕਰਕੇ ਮੈਂ ਇਹਦਾ ਸਵਾਗਤ ਕਰਦਾ, ਕਿਉਂਕਿ ਕੱਲ ਇੱਕ ਫੈਸਲਾਕੁਨ ਮੀਟਿੰਗ ਸੀ, ਜਿਸ ਮੀਟਿੰਗ ਦੇ ਵਿੱਚ ਭਾਰਤ ਸਰਕਾਰ ਨੇ ਆਪਣਾ ਪੱਖ ਰੱਖਣਾ ਸੀ ਔਰ ਕਿਸਾਨਾਂ ਨੇ ਇਹ ਕਿਹਾ ਸੀ ਕਿ ਅਸੀਂ ਤਾਂ ਤੁਹਾਨੂੰ ਸੁਣਾਂਗੇ, ਤੁਸੀਂ ਕੀ ਕਹੋਗੇ। ਸੋ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਲਿਹਾਜ਼ ਨਾਲ, ਤਜਰਬੇ ਦੇ ਲਿਹਾਜ਼ ਨਾਲ ਦੇਸ਼ ਦੇ ਬਹੁਤ ਹੀ ਸੀਨੀਅਰ ਸਿਆਸਤਦਾਨਾਂ ਦੇ ਵਿੱਚੋਂ ਇੱਕ ਹੈ। ਜਿਹੜੇ 2-3 ਬੰਦੇ ਜਿਉਂਦੇ ਆ ਉਹਨਾਂ ਦੇ ਵਿੱਚੋਂ ਬਾਦਲ ਸਾਹਿਬ ਇੱਕ ਹੈ। ਸੋ ਉਹਨਾਂ ਨੇ ਐਡਾ ਵੱਡਾ ਅਵਾਰਡ ਵਾਪਸ ਕਰਨਾ ਜਿਹੜਾ 2015 ਚ ਉਹਨਾਂ ਨੂੰ ਮਿਲਿਆ ਸੀ, ਇਹਨੂੰ ਅਸੀਂ ਵੈਲਕਮ ਹੀ ਕਵਾਂਗੇ, ਕਿਉਂਕਿ ਕੇਂਦਰ ਸਰਕਾਰ ਤੇ ਇਹਦਾ ਕਿਸੇ ਨਾ ਕਿਸੇ ਕਿਸਮ ਦਾ ਬੋਝ ਪੈਂਦਾ ਹੈ ਕਿ ਜੇ ਆਪਦੇ ਛੜ ਭੱਜਣ ਲੱਗੇ ਤਾਂ ਹੋਊਗਾ ਕੀ। ਆਪਾਂ ਜਾਣਦੇ ਹਾਂ ਕਿ ਜਿਹੜਾ NDA ਬਣਾਇਆ ਸੀ ਅਟਲ ਬਿਹਾਰੀ ਵਾਜਪਾਈ ਨੇ, ਉਸ NDA ਦੇ ਵਿੱਚ ਬੜੀਆਂ ਪਾਰਟੀਆਂ ਹੁੰਦੀਆਂ ਸੀ। ਉਸੇ NDA ਦੇ ਵਿੱਚ ਕਦੇ ਚੰਦਰ ਬਾਬੂ ਨਾਇਡੂ ਵੀ ਹੁੰਦੇ ਸੀ, ਉਹ ਛੱਡ ਗਏ। ਉਸੇ NDA ਦੇ ਵਿੱਚ ਸ਼ਿਵ ਸੈਨਾ ਵਾਲੇ ਹੁੰਦੇ ਸੀ, ਮਹਾਰਾਸ਼ਟਰ ਵਾਲੇ, ਉਹ ਛੱਡ ਗਏ। ਆਖਰੀ ਸਮੇਂ ਦੇ ਉੱਤੇ ਪਤੀ ਪਤਨੀ ਦਾ ਰਿਸ਼ਤਾ ਵੀ ਟੁੱਟ ਗਿਆ। ਔਰ ਹੁਣ ਇਸ ਵੇਲੇ ਜਿਹੜੇ ਚੁਟਾਲੇ ਵੀ ਉਸਲ ਵੱਟੇ ਲਈ ਜਾਂਦੇ ਹੈ ਕਿ ਇਸ ਸਰਕਾਰ ਦੇ ਨਾਲ ਰਿਹਾ ਜਾਵੇ ਜਾਂ NDA ਚੋਂ ਬਾਹਰ ਆ ਜਾਇਆ ਜਾਵੇ, ਉਹ ਵੀ ਇਸ ਰਾਹ ਨੂੰ ਤੁਰੇ ਹੋਏ ਹੈ। ਸੋ ਪ੍ਰਕਾਸ਼ ਸਿੰਘ ਬਾਦਲ ਦਾ ਜਦੋਂ ਇਹ ਅਸਤੀਫਾ ਦੇਣਾ, ਤੇ ਇਹਦੇ ਨਾਲ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਨੈਤਿਕ ਤੇ ਰਾਜਨੀਤਿਕ ਦਬਾਅ ਪੈਂਦਾ ਹੈ ਭਾਰਤ ਸਰਕਾਰ ਤੇ, ਉਹਨੂੰ ਕਿਸੇ ਹੱਦ ਤੱਕ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਵਾਸਤੇ ਮਜਬੂਰ ਹੋਣ ਦਾ ਇੱਕ ਇਹ ਵੀ ਕਾਰਨ ਬਣਦਾ ਹੈ। ਸੁਖਦੇਵ ਸਿੰਘ ਢੀਂਡਸਾ ਬਾਰੇ ਇਹ ਗੱਲ ਕਹੀ ਜਾਂਦੀ ਸੀ, ਇਲਜ਼ਾਮ ਅਕਾਲੀ ਦਲ ਵੱਲੋਂ ਹੀ ਲਾਇਆ ਜਾਂਦਾ ਸੀ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਪੰਜਾਬ 'ਚ ਇੱਕ ਨਵੀਂ ਖੇਡ ਖੇਡਣ ਦਾ ਯਤਨ ਕਰ ਰਹੀ ਹੈ। ਕਸ਼ਮਕਸ਼ ਕਾਫੀ ਪਹਿਲਾਂ ਹੀ ਚੱਲਦੀ ਆਉਂਦੀ ਸੀ ਅਕਾਲੀ ਦਲ ਦੀ, ਬਾਦਲ ਪਰਿਵਾਰ ਦੀ, ਖਾਸ ਕਰਕੇ ਜੇ ਆਪਾਂ ਕਹੀਏ ਤਾਂ ਭਾਰਤੀ ਜਨਤਾ ਪਾਰਟੀ ਦੀ। ਲੇਕਿਨ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫਾ ਦੇ ਦਿੱਤਾ ਸੀ ਤੇ ਉਸੇ ਵੇਲੇ ਇਹ ਗੱਲਾਂ ਚੱਲ ਪਈਆਂ ਸੀ ਕਿ BJP ਨਾਲ ਮਿਲ ਕੇ ਖੇਡ ਖੇਡੂਗਾ। ਔਰ ਇੱਥੇ ਮੈਂ ਇਹ ਵੀ ਦੱਸ ਲਵਾਂ ਕਿ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਮਿਲਿਆ 2015 ਦੇ ਵਿੱਚ, ਤਾਂ 2019 ਦੇ ਵਿੱਚ ਪਦਮ ਭੂਸ਼ਣ ਮਿਲਿਆ ਸੀ ਸੁਖਦੇਵ ਸਿੰਘ ਢੀਂਡਸਾ ਨੂੰ। ਔਰ ਇਹ ਗੱਲ ਵੀ ਚਿੱਟੇ ਦਿਨ ਵਾਂਗੂ ਸਾਫ਼ ਹੈ ਕਿ ਇਹ ਪਦਮ ਭੂਸ਼ਣ ਦੇਣ ਵੇਲੇ ਅਕਾਲੀ ਦਲ ਨਾਲ ਕੋਈ ਮਸ਼ਵਰਾ ਨਹੀਂ ਸੀ ਕੀਤਾ ਭਾਰਤੀ ਜਨਤਾ ਪਾਰਟੀ ਨੇ ਜਾਂ ਪ੍ਰਧਾਨ ਮੰਤਰੀ ਦਫ਼ਤਰ ਨੇ। ਸਿੱਧਾ ਹੀ ਢੀਂਡਸਾ ਸਾਹਿਬ ਨੂੰ ਕਿਹਾ ਸੀ ਜੀ ਤੁਹਾਨੂੰ ਪਦਮ ਭੂਸ਼ਣ ਦੇਣਾ ਤੇ ਤੁਸੀਂ ਲੈ ਲਓ। ਤੋ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ। ਇਸੇ ਤਰੀਕੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕਰਤਾ ਤੇ ਢੀਂਡਸਾ ਸਾਹਿਬ ਨੇ ਵੀ ਮਗਰ ਤੇ ਐਲਾਨ ਕਰ ਦਿੱਤਾ। ਬਾਦਲ ਸਾਹਿਬ ਦਾ ਫਿਰ ਆ ਗਿਆ ਵੀ ਚਿੱਠੀ ਲਿਖ ਕੇ ਤੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਪਦਮ ਵਿਭੂਸ਼ਣ ਵਾਪਸ ਕਰ ਦਿੱਤਾ ਹੈ। ਢੀਂਡਸਾ ਸਾਹਿਬ ਨੇ ਕਿਹਾ ਜੀ ਮੈਂ ਆਪਣਾ ਕਰ ਰਿਹਾ। ਇਹ ਗੱਲ ਤਾਂ ਜਿਹੜੀ ਹੈਗੀ ਇੱਥੋਂ ਤੱਕ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅੱਜ ਕਿਸਾਨੀ ਦੀ ਇਹ ਹਾਲਤ ਹੈ, ਕਿਸਾਨੀ ਦੀ ਇਸ ਹਾਲਤ ਦਾ ਜ਼ਿੰਮੇਵਾਰ ਕੌਣ ਹੈ? ਕਿਸਾਨੀ ਨਾਲ ਜੋ ਧੱਕਾ ਹੋ ਰਿਹਾ ਉਹ ਅੱਜ ਤੋਂ ਨਹੀਂ ਹੋ ਰਿਹਾ, ਇਹ ਧੱਕਾ ਬਹੁਤ ਲੰਬੇ ਸਮੇਂ ਤੋਂ ਹੋ ਰਿਹਾ ਹੈ। ਔਰ ਠੀਕ ਫਰਮਾਉਂਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿ ਉਹਨਾਂ ਨੂੰ ਜਿਹੜਾ ਮੁਕਾਮ ਹਾਸਲ ਹੋਇਆ ਹੈ ਉਹ ਸਿੱਖੀ ਤੇ ਕਿਸਾਨੀ ਦੇ ਸਿਰ ਤੇ ਹੋਇਆ ਹੈ। ਸਿੱਖ ਰਾਜਨੀਤੀ ਵੀ ਉਹ ਕਰਦੇ ਰਹੇ ਹੈ, ਕਿਸਾਨੀ ਨੂੰ ਵੀ ਉਹ ਇਸਤੇਮਾਲ ਕਰਦੇ ਰਹੇ ਹੈ, ਕਿਸਾਨਾਂ ਦਾ ਮਸੀਹਾ ਵੀ ਉਹਨਾਂ ਨੂੰ ਕਿਹਾ ਗਿਆ। ਉਹਨਾਂ ਨੂੰ ਬੜੇ ਬੜੇ ਅਵਾਰਡ ਵੀ ਮਿਲੇ ਗਏ, ਫਖਰੇ ਕੌਮ ਦਾ ਅਵਾਰਡ ਵੀ ਦਿੱਤਾ ਗਿਆ। ਇੱਥੇ ਮੈਂ ਇੱਕ ਜ਼ਿਕਰ ਕਰਦਾ ਕਿ ਮੈਂ ਸਿੱਖ ਨੂੰ ਤੇ ਕਿਸਾਨ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦਾ।
क्योंकि सिख भाईचारे का बहुत वड्डा हिस्सा सी जे शहरी सिखां नूं छड्ड दईए, ਜਿਹੜੇ ਵਪਾਰ ਵਗੈਰਾ ਕਰਦੇ, ਬਾਕੀ ਜਿਹੜੇ ਪੇਂਡੂ ਸਿੱਖ ਹੈ, ਪਿੰਡਾਂ 'ਚ ਰਹਿਣ ਵਾਲੇ ਸਿੱਖ ਹੈ, ਉਹ ਕਿਸੇ ਵੀ ਜਿਹੜੀ ਹੈਗੀ ਹੈ ਜਾਤ ਗੋਤ ਨਾਲ ਸੰਬੰਧਿਤ ਹੋਣ, ਉਹ ਖੇਤੀਬਾੜੀ ਨਾਲ ਜੁੜੇ ਹੈ। ਸੋ ਇਹਨੂੰ ਅਸੀਂ ਸਿੱਖੀ ਤੇ ਖੇਤੀ ਇੱਕੋ ਕਿਸਮ ਦੀ ਚੀਜ਼ ਹੈ। ਜੇ ਕਹੀਏ ਤਾਂ 90% ਜਿਹੜੇ ਹੈਗੇ ਆ ਸਿੱਖ ਭਾਈਚਾਰੇ ਦੇ ਲੋਕ ਉਹ ਖੇਤੀਬਾੜੀ ਨਾਲ ਜੁੜੇ ਹੈ। ਸੋ ਬਾਦਲ ਸਾਹਿਬ ਜਿੱਥੇ ਪਹੁੰਚੇ, ਇੱਥੇ ਪਹੁੰਚੇ ਇਹਨਾਂ ਦੀ ਬਦੌਲਤ ਹੀ ਪਹੁੰਚੇ। ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਬਾਦਲ ਸਾਹਿਬ ਆਪਣੀ ਰਾਜਨੀਤੀ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ, ਆਪਣੇ ਪਰਿਵਾਰ ਦੀ ਰਾਜਨੀਤੀ ਦੀ ਖਾਤਰ ਕਰ ਰਹੇ, ਜਾਂ ਬਾਦਲ ਸਾਹਿਬ ਨੂੰ ਸੱਚਮੁੱਚ ਹੀ ਕਿਸਾਨਾਂ ਦਾ ਮੋਹ ਹੈ, ਕਿਸਾਨਾਂ ਦਾ ਦਰਦ ਹੈ, ਤੇ ਉਮਰ ਦੇ ਇਸ ਪੜਾਅ ਦੇ ਵਿੱਚ ਉਹ ਇਹ ਦਰਦ ਜਿਹੜਾ ਹੈ ਹੋਰ ਹੰਢਾ ਨਹੀਂ ਸਕਦੇ, ਜਾਣ ਤੋਂ ਪਹਿਲਾਂ ਉਹ ਸੁਰਖਰੂ ਹੋਣਾ ਚਾਹੁੰਦੇ ਹੈ। ਇੱਥੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੂੰਗਾ, ਸਾਡੇ ਦਰਸ਼ਕਾਂ ਦੇ ਵੀ ਧਿਆਨ 'ਚ ਲਿਆਉਣਾ ਚਾਹੂੰਗਾ ਕਿ ਜਦੋਂ 3 ਆਰਡੀਨੈਂਸ ਆਏ ਹੈ ਕਿਸਾਨ ਵਿਰੋਧੀ, ਜਿਨ੍ਹਾਂ ਨੂੰ ਕਿਹਾ ਗਿਆ ਕਿਸਾਨ ਪੱਖੀ ਹੈ, ਉਹ ਆਰਡੀਨੈਂਸ ਕੇਂਦਰੀ ਮੰਤਰੀ ਮੰਡਲ ਨੇ ਪਾਸ ਕੀਤੇ ਸੀ। ਔਰ ਜਦੋਂ ਉਹ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਵੀ ਹਾਜ਼ਰ ਸੀ। ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਉਹਦੇ ਤੇ ਸਹਿਮਤੀ ਪ੍ਰਗਟ ਕੀਤੀ। ਪੰਜਾਬ ਦੇ ਵਿੱਚੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਤਾਂ ਫਿਰ ਜਿਹੜੇ ਹੈਗੇ ਅਕਾਲੀ ਦਲ ਦੇ ਸਾਰੇ ਲੀਡਰ, ਚਾਹੇ ਹਰਸਿਮਰਤ ਕੌਰ ਬਾਦਲ ਸੀ, ਚਾਹੇ ਸੁਖਬੀਰ ਸਿੰਘ ਬਾਦਲ, ਚਾਹੇ ਪ੍ਰਕਾਸ਼ ਸਿੰਘ ਬਾਦਲ, ਚਾਹੇ ਇਹਨਾਂ ਦੇ ਜਿੰਨੇ ਵੀ ਸਪੋਕਸ ਪਰਸਨ ਹੈ, ਆਪਣੇ ਸਰੋਤੇ ਜਾਣਦੇ ਆ, ਇਸ ਗੱਲ ਨੂੰ ਦਰਸ਼ਕ ਜਾਣਦੇ ਆ ਕਿ ਟੀਵੀ ਚੈਨਲਾਂ ਦੀਆਂ ਸਕਰੀਨਾਂ ਦੇ ਉੱਤੇ ਆ ਕੇ ਉਹ ਕਹਿੰਦੇ ਰਹੇ ਕਿ ਇਹਦੇ ਨਾਲ ਵਧੀਆ ਤਾਂ ਕੋਈ ਕਾਨੂੰਨ ਹੀ ਨਹੀਂ ਹੋ ਸਕਦਾ। ਐਨ ਅਖੀਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਬੜੀ ਭਾਵੁਕ ਅਪੀਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਕਿਸਾਨੋ, ਇਹ ਤੁਹਾਡੇ ਫਾਇਦੇ ਵਾਲੀ ਚੀਜ਼ ਹੈ। MSP ਨੂੰ ਕੁਝ ਵੀ ਨਹੀਂ ਹੋ ਸਕਦਾ। MSP ਤਾਂ ਮਿਲਿਆ ਹੀ ਅਕਾਲੀ ਦਲ ਦੀ ਬਦੌਲਤ ਹੈ, ਔਰ ਅਕਾਲੀ ਦਲ ਦੇ ਰਹਿੰਦਿਆਂ MSP ਨੂੰ ਕੋਈ ਹਟਾ ਨਹੀਂ ਸਕਦਾ। ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਵੀ ਕਹੀ ਕਿ ਅਕਾਲੀ ਦਲ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੋਂ ਇੱਕ ਪੱਤਰ ਵੀ ਹਾਸਲ ਕਰ ਲਿਆ, ਜਿਹਦੇ ਰਾਹੀਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਇਹ ਜਿਹੜਾ ਹੈਗਾ MSP ਇਹਨੂੰ ਨਹੀਂ ਹਟਾਇਆ ਜਾਊਗਾ। ਤੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਤੁਸੀਂ ਇਸ ਕਾਨੂੰਨ ਦਾ ਵਿਰੋਧ ਨਾ ਕਰੋ। ਲੇਕਿਨ ਅੱਜ ਦਾ ਕਿਸਾਨ ਤੇ ਪ੍ਰਕਾਸ਼ ਸਿੰਘ ਬਾਦਲ ਦੇ ਜ਼ਮਾਨੇ ਦੇ ਕਿਸਾਨ ਦੇ ਵਿੱਚ ਫਰਕ ਹੈ। ਉਦੋਂ ਦੋ ਗੱਲਾਂ ਹੁੰਦੀਆਂ ਸੀ ਜੀ, ਚਲੋ ਪੰਥ ਖਤਰੇ 'ਚ ਹੈ, ਕਿਸਾਨੀ ਖਤਰੇ 'ਚ ਹੈ, ਲਾਈਏ ਮੋਰਚਾ। ਲੋਕ ਆਪਣੇ ਮੋਢਿਆਂ ਦੇ ਉੱਤੇ ਪਰਨੇ ਰੱਖ ਲੈਂਦੇ ਸੀ, ਕਛਹਿਰੇ ਆਪਣੇ ਝੋਲਿਆਂ 'ਚ ਪਾ ਲੈਂਦੇ ਸੀ। ਚਲੋ ਜੀ ਅਸੀਂ ਅੰਦੋਲਨ ਕਰਦੇ ਹਾਂ, 50,000, 60,000, 80,000 ਜਿਹੜੇ ਹੈਗੇ ਹੈ ਲੋਕ ਉਹ ਜੇਲਾਂ ਕੱਢਦੇ ਰਹੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਪੋਲਿਟਿਕਸ ਚੱਲਦੀ ਰਹੀ ਹੈ। ਅੱਜ ਦਾ ਜਿਹੜਾ ਹੈਗਾ ਕਿਸਾਨ ਹੈ ਉਹ ਪੜ੍ਹਿਆ ਲਿਖਿਆ ਕਿਸਾਨ, ਨੌਜਵਾਨ ਹੈ, ਕਿਸਾਨ ਹਰ ਗੱਲ ਤੋਂ ਵਾਕਫਕਾਰ ਹੈ। ਸੋਸ਼ਲ ਮੀਡੀਆ ਦਾ ਯੁੱਗ ਹੈ, ਹਰ ਜਿਹੜਾ ਹੈਗਾ ਪੜ੍ਹਿਆ ਲਿਖਿਆ ਨੌਜਵਾਨ ਉਹਦੇ ਹੱਥ ਦੇ ਵਿੱਚ ਸਮਾਰਟਫੋਨ ਹੈ ਔਰ ਸਭ ਕੁਝ ਉਹ ਦੇਖਦਾ ਕਿ ਕੀ ਗੱਲ ਹੈ। ਸੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਾਦਲ ਸਾਹਿਬ ਤਾਂ ਸਾਨੂੰ ਕਿਸੇ ਹੋਰ ਟਰੈਕ ਤੇ ਚਲਾਉਣਾ ਚਾਹੁੰਦੇ ਹੈ, ਮੋਦੀ ਸਾਹਿਬ ਸਾਨੂੰ ਬਰਬਾਦ ਕਰ ਰਹੇ ਹੈ, ਇਹਨਾਂ ਦੀ ਸਾਂਝ ਤਾਂ ਸਿਰਫ ਸਰਕਾਰ ਦੀ ਹੈ, ਸੱਤਾ ਦੀ ਹੈ, ਲੋਕਾਂ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਤੇ ਵਿਰੋਧ ਕਰਤਾ। ਤੇ ਫਿਰ ਜਿਹੜਾ ਹੈਗਾ ਸਿਖਰ ਉਦੋਂ ਹੋਇਆ ਜਦੋਂ ਬਾਦਲ ਪਿੰਡ ਦੇ ਵਿੱਚ ਵੀ ਲੋਕਾਂ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਾ ਕੇ ਧਰਨਾ ਲਾ ਦਿੱਤਾ ਤੇ ਫਿਰ ਕੰਧ ਤੇ ਲਿਖਿਆ ਦਿਸਣ ਲੱਗ ਪਿਆ ਕਿ ਆਪਾਂ ਤਾਂ ਗਲਤ ਕਰ ਰਹੇ ਹਾਂ। ਕਾਂਗਰਸ ਅਕਾਲੀ ਦਲ ਦੇ ਅੰਦਰੋਂ ਵੀ ਵਿਰੋਧ ਹੋਇਆ। ਇਸ ਵਿਰੋਧ ਦਾ ਜੇ ਆਪਾਂ ਦੇਖੀ ਤਾਂ ਇਹਦੇ ਵਿੱਚ ਦੋ ਬੰਦਿਆਂ ਨੂੰ ਕ੍ਰੈਡਿਟ ਜਾਂਦਾ ਹੈ। ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਪਹਿਲ ਕੀਤੀ ਜਗਮੀਤ ਸਿੰਘ ਬਰਾੜ ਨੇ। ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਚਾਹੀਦਾ ਸੀ ਅਸੀਂ 5 ਜੂਨ ਨੂੰ ਹੀ ਜਦੋਂ ਇਹ ਆਰਡੀਨੈਂਸ ਆਏ ਆ ਉਦੋਂ ਹੀ ਅਸੀਂ ਛੱਡ ਦਿੰਦੇ, ਅਸੀਂ ਬਹੁਤ ਦੇਰ ਕਰ ਰਹੇ ਹਾਂ ਤੇ ਹੁਣ ਵੀ ਸਾਨੂੰ ਜਿਹੜਾ ਹੈਗਾ NDA ਚੋਂ ਜੇ ਬਾਹਰ ਨਹੀਂ ਆਉਣਾ ਨਾ ਉਹ ਘੱਟੋ ਘੱਟ ਹਕੂਮਤ ਦੇ ਵਿੱਚੋਂ ਬਾਹਰ ਆ ਜਾਓ। ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਹੋ ਕਿ ਉਹ ਆਪਣਾ ਅਸਤੀਫਾ ਦੇ ਦੇਣ। ਜਗਮੀਤ ਸਿੰਘ ਬਰਾੜ ਦੇ ਇਹ ਕਹਿਣ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜੇ ਪ੍ਰੇਮ ਸਿੰਘ ਚੰਦੂਮਾਜਰਾ ਹੈ, ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕਿਹਾ ਕਿ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਕਿਸਾਨ ਹੈ, ਜੇ ਕਿਸਾਨ ਹੀ ਸਾਡੇ ਨਾਲ ਨਾ ਰਹੇ ਤਾਂ ਸਾਡਾ ਬਣੂਗਾ ਕੀ। ਤੇ ਚੰਦੀ ਸਾਹਿਬ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਲਗਾਤਾਰ ਜਿਹੜਾ ਅਕਾਲੀ ਦਲ ਦਾ ਵਿਰੋਧ ਵੱਧਦਾ ਗਿਆ ਔਰ ਸਿੱਖ ਕਿਸਾਨੀ ਦੇ ਵਿੱਚੋਂ ਇਹਨਾਂ ਦੇ ਪੈਰ ਪੱਟੇ ਜਾ ਰਹੇ ਸੀ। ਦੋਵਾਂ ਲੀਡਰਾਂ ਨੇ, ਚੰਦੂਮਾਜਰੇ ਨੇ ਤੇ ਜਗਮੀਤ ਬਰਾੜ ਨੇ, ਉਹਨਾਂ ਨੇ ਇਹ ਗੱਲ ਵਾਰ-ਵਾਰ ਕਹੀ ਕਿ ਸਾਨੂੰ ਇਹ ਤੇ ਕਰਨਾ ਚਾਹੀਦਾ, ਪਰ ਪਹਿਲੇ ਪੜਾਅ ਦੇ ਵਿੱਚ ਉਹਨਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ। ਦੂਜੀ ਮੀਟਿੰਗ ਫੇਰ ਹੁੰਦੀ ਹੈ, ਉਸ ਮੀਟਿੰਗ ਦੇ ਵਿੱਚ ਜੋ ਕੁਛ ਇਹਨਾਂ ਦੋਨਾਂ ਨੇ ਕਿਹਾ ਤੇ ਬਲਵਿੰਦਰ ਸਿੰਘ ਭੂਦੜ ਨੇ ਵੀ ਕਹਿਤਾ ਕਿ ਸਾਡੇ ਨਾਲ ਧੱਕਾ ਕਰ ਰਿਹਾ ਸੈਂਟਰ, ਸਾਨੂੰ ਕੁਛ ਚਾਹੀਦਾ ਹੈ। ਫਿਰ ਸੁਖਬੀਰ ਸਿੰਘ ਬਾਦਲ ਨੂੰ ਹੋਇਆ ਕਿ ਹਾਂ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਤੇ ਉੱਥੇ ਫਿਰ ਇਹ ਫੈਸਲਾ ਹੋਇਆ ਕਿ ਆਪਾਂ ਵਾਪਸ ਲਈਏ। ਤੇ ਜਿੱਦਣ ਇਹਨਾਂ ਬਿੱਲਾਂ ਨੂੰ
ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਦਿਨ ਇਹਨਾਂ ਨੇ ਅਸਤੀਫਾ ਦੇ ਦਿੱਤਾ। ਅਸਤੀਫਾ ਭਾਵੇਂ ਦੇ ਦਿੱਤਾ, ਲੇਕਿਨ ਅਜੇ ਤੱਕ ਵੀ ਲੋਕਾਂ ਦੀ ਇਹ ਗੱਲ ਹਾਜ਼ਮ ਨਹੀਂ ਹੋ ਰਹੀ ਕਿ ਇਹਨਾਂ ਨੇ ਅਸਤੀਫਾ ਸੱਚਮੁੱਚ ਦਿੱਤਾ ਹੈ, ਇਹਨਾਂ ਨੇ ਸੱਚਮੁੱਚ ਐਨਡੀਏ ਦੇ ਨਾਲੋਂ ਨਾਤਾ ਤੋੜ ਲਿਆ ਜਾਂ ਇਹ ਇੱਕ ਰਾਜਨੀਤਿਕ ਚਾਲ ਹੈ। ਸੋ ਹੁਣ ਇਸ ਵੇਲੇ ਦੀ ਸਥਿਤੀ ਇਹ ਹੈ ਕਿ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ, ਚੱਲਦੇ ਅੰਦੋਲਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਉਹਨੇ ਰਿਸਕ ਲਿਆ। ਇੱਕ ਵਾਰੀ ਉਹਨੇ ਰਿਸਕ ਲਿਆ ਸੀ ਜੋ ਪਾਣੀ ਵਾਲਾ ਮਾਮਲਾ ਹੋਇਆ ਸੀ, ਹਾਲਾਂਕਿ ਕੇਂਦਰ ਸਰਕਾਰ ਉਹਨਾਂ ਦੇ ਪਿੱਛੇ ਪਈ ਹੈ, ਉਹਦੇ ਪਰਿਵਾਰ ਦੇ ਪਿੱਛੇ ਪਈ ਹੋਈ ਹੈ। ਮੈਂ ਨਹੀਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਖਿਲਾਫ ਜਿਹੜੇ ਇਲਜ਼ਾਮ ਕੇਂਦਰ ਨੇ ਲਾਏ ਆ ਝੂਠੇ ਹੈ, ਹੋ ਸਕਦਾ ਉਹਨਾਂ ਦੇ ਵਿੱਚ ਕੋਈ ਸੱਚਾਈ ਹੋਵੇ, ਪਰ ਜਿਵੇਂ ਰਾਣਿੰਦਰ ਨੂੰ ਖਿੱਚਪਾੜ ਕੀਤੀ ਜਾ ਰਹੀ ਹੈ, ਉਹਨੂੰ ਵਾਰ-ਵਾਰ ਈਡੀ ਬੁਲਾਉਂਦੀ ਹੈ, ਜਿਵੇਂ ਪਰਮੀਤ ਕੌਰ ਨੂੰ ਬਲੈਕਮੇਲ ਕਰਨ ਦਾ ਯਤਨ ਕੀਤੇ ਜਾ ਰਹੇ ਹੈ, ਇਹ ਸਾਰੇ ਕੁਝ ਦੇ ਚੱਲਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿਤਾ ਕਿ ਮੈਂ ਕਿਸਾਨਾਂ ਦੇ ਨਾਲ ਖਲੋਤਾ ਔਰ ਪੰਜਾਬ ਦੀ ਵਿਧਾਨ ਸਭਾ ਦੇਸ਼ ਦੇ ਵਿੱਚੋਂ ਪਹਿਲੀ ਵਿਧਾਨ ਸਭਾ ਜੀ ਨੇ ਸਰਬਸੰਮਤੀ ਦੇ ਨਾਲ ਕਾਨੂੰਨ ਜਿਹੜੇ ਸੀਗੇ ਉਹਨੂੰ ਰੱਦ ਕੀਤਾ ਔਰ ਆਪਣੇ ਜਿਹੜੇ ਹੈਗੇ ਆ ਜਿਹੜੇ ਉਹਨਾਂ ਨੇ ਅਮੈਂਡਡ ਬਿੱਲ ਹੈ ਉਹ ਲੈ ਕੇ ਆਂਦੇ ਤੇ ਉਹਨੂੰ ਭੇਜ ਦਿੱਤੇ। ਇਹ ਤੋਂ ਬਾਅਦ ਫਿਰ ਮਤਲਬ ਜਿਹੜਾ ਹੈਗਾ ਅਕਾਲੀ ਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਜਿਹੜੀ ਜ਼ਮੀਨ ਸਾਡੀ ਖਿਸਕ ਚੁੱਕੀ ਹੈ, ਕਾਂਗਰਸ ਪਾਰਟੀ ਜਿਹਨੂੰ ਅਸੀਂ ਸਾਰੀ ਉਮਰ ਇਹ ਕਹਿੰਦੇ ਰਹੇ ਕਿਸਾਨਾਂ ਦੀ ਦੁਸ਼ਮਣ ਹੈ ਤੇ ਕਿਸਾਨ ਕਿਸੇ ਹੱਦ ਤੱਕ ਜਿਹੜੀ ਹੈਗੀ ਹੈ ਹਾਂ ਛਾਮ ਲਾਉਣ ਲੱਗ ਪਿਆ ਕੈਪਟਨ ਅਮਰਿੰਦਰ ਸਿੰਘ ਦੇ, ਸਾਡਾ ਤਾਂ ਸਾਰਾ ਕੁਝ ਗਿਆ। ਸੋ ਇੱਕ ਸਮੇਂ ਦੀ ਉਡੀਕ ਦੇ ਵਿੱਚ ਸੀ ਕਿ ਉਹ ਕਿਹੜਾ ਸਮਾਂ ਆਵੇ ਜਦੋਂ ਅਸੀਂ ਉਸ ਸਮੇਂ ਨੂੰ ਇਸਤੇਮਾਲ ਕਰੀਏ ਤੇ ਹੁਣ ਉਹ ਸਮਾਂ ਆ ਗਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਇਹ ਅਸਤੀਫਾ ਦਿੱਤਾ ਹੈ ਉਹਨਾਂ ਨੇ ਆਪ ਨਹੀਂ ਦਿੱਤਾ, ਸਗੋਂ ਨਾ ਉਹਨਾਂ ਨੂੰ ਅਜੇ ਤੱਕ ਇਸ ਗੱਲ ਦੀ ਮੇਰਾ ਖਿਆਲ ਹੈ ਵੀ ਜੇ ਆਪਾਂ ਕਹੀਏ 3 ਪੇਜਾਂ ਦੀ ਚਿੱਠੀ ਲਿਖਣ ਵਾਲੀ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੁਣ ਹੈ ਨਹੀਂ। ਇਹ ਚਿੱਠੀ ਅਸਲ ਦੇ ਵਿੱਚ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਤੇ ਜਿਹੜਾ ਉਹਨਾਂ ਦਾ ਥਿੰਕ ਟੈਂਕ ਹੈ ਉਹਨਾਂ ਨੇ ਚਿੱਠੀ ਲਿਖੀ ਹੈ ਤੇ ਉਸ ਵੇਲੇ ਜਦੋਂ ਕਿਸਾਨਾਂ ਦੀ ਮੀਟਿੰਗ ਚੱਲਦੀ ਸੀ ਇਹ ਚਿੱਠੀ ਜਾਰੀ ਕਰਤੀ ਕਿ ਜੀ ਆਹ ਲਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੁਰਬਾਨੀ ਕਰਤੀ। ਇਹ ਜਿਹੜਾ ਬਹੁਤ ਲੰਬੇ ਸਮੇਂ ਤੋਂ ਕੁਰਬਾਨੀ ਦਾ ਸ਼ਬਦ ਵਰਤਿਆ ਜਾ ਰਿਹਾ ਸੀ ਨਾ, ਕੁਰਬਾਨੀ ਕਰਤੀ। ਪਰ ਮੇਰੀ ਇੱਕ ਸਿਨੇਮਰ ਬੇਨਤੀ ਹੈ ਬਾਦਲ ਸਾਹਿਬ ਨੂੰ ਤੇ ਉਹਨਾਂ ਦੇ ਜਿਹੜੇ ਥਿੰਕ ਟੈਂਕ ਵਾਲੇ ਹੈ ਕਿ ਕਿਰਪਾ ਕਰਕੇ ਜਦੋਂ ਤੁਸੀਂ ਐਡੀ ਵੱਡੀ ਇਹ ਕੁਰਬਾਨੀ ਕਰਤੀ ਤੇ ਦੂਜੀ ਕੁਰਬਾਨੀ ਵੀ ਕਰ ਦਿਓ। ਹੁਣ ਫਖਰੇ ਕੌਮ ਵਾਲਾ ਵੀ ਜਿਹੜਾ ਤੁਸੀਂ ਰੁਤਬਾ ਲਿਆ ਵੈ ਉਹ ਕਾਹਦੀ ਖਤਰ ਰੱਖੇ, ਫਿਰ ਉਹ ਵੀ ਕਹਿ ਦਿਓ ਕਿ ਜੇ ਫਖਰੇ ਕੌਮ ਮਿਲਿਆ ਤਾਂ ਇਹ ਵੀ ਕਿਸਾਨੀ ਤੇ ਸਿੱਖੀ ਦੀ ਬਦੌਲਤ ਤੇ ਮਿਲਿਆ ਸੀ ਤੇ ਅਸੀਂ ਇਹ ਵੀ ਵਾਪਸ ਕਰਦੇ ਹਾਂ। ਔਰ ਫਖਰੇ ਕੌਮ ਨੂੰ ਲੈ ਕੇ ਤਾਂ ਸਿੱਖ ਭਾਈਚਾਰੇ ਦੇ ਵਿੱਚ ਮਤਭੇਦ ਵੀ ਬੜੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਇਹ ਖਿਤਾਬ ਦਿੱਤਾ ਗਿਆ ਉਹ ਡਿਜ਼ਰਵ ਨਹੀਂ ਸੀ ਕਰਦੇ। ਇੱਥੋਂ ਤੱਕ ਕਿ ਜੇ ਆਪਾਂ ਪਦਮ ਭੂਸ਼ਣ ਦੀ ਗੱਲ ਕਹਿ ਦਈਏ ਜਾਂ ਪਦਮ ਭੂਸ਼ਣ ਦੀ ਗੱਲ ਕਹਿ ਦਈਏ, ਇਹ ਵੀ ਕਿੰਨਾ ਲੋਕਾਂ ਨੂੰ ਮਿਲਦਾ, ਕਿਵੇਂ ਮਿਲਦਾ, ਉਹਨਾਂ ਦੀ ਕਿਸ ਖੇਤਰ ਦੇ ਵਿੱਚ ਕੀ ਦੇਣ ਹੈਗੀ, ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ। ਸੋ ਇਸ ਵੇਲੇ ਰਾਜਨੀਤੀ ਦਾ ਯੁੱਗ ਹੈ ਜੀ, ਰਾਜਨੀਤੀ ਦੇ ਵਿੱਚ ਹਰ ਬੰਦਾ ਰਾਜਨੀਤੀ ਦੀ ਜਿਹੜੀ ਚਾਲ ਚੱਲਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਦਾ ਦਾਅ ਚੱਲਿਆ, ਉਹਨਾਂ ਦੇ ਪਰਿਵਾਰ ਨੇ ਉਹ ਤੋਂ ਚਲਵਾਇਆ ਤੇ ਨਾਲ ਦੀ ਨਾਲ ਹੀ ਜਿਹੜਾ ਉਹਨਾਂ ਨੇ ਦਾਅ ਚੱਲਿਆ ਉਸੇ ਦਾਅ ਦੇ ਉੱਤੇ ਢੀਂਡਸਾ ਸਾਹਿਬ ਵੀ ਉਹਨਾਂ ਨੇ ਵੀ ਨਾਲ ਦੀ ਨਾਲ ਹੀ ਵਾਰ ਕਰਤਾ ਕਿ ਆ ਲਓ ਜੀ ਮੈਂ ਵੀ ਛੱਡ ਰਿਹਾ ਤੇ ਮੈਂ ਵੀ ਕਰ ਰਿਹਾ। ਇਹ ਹੁਣ ਵੇਖਾਂਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੇ ਆਪਸੀ ਇੱਕ ਦੂਜੇ ਦੇ ਖਿਲਾਫ ਦਾਅ ਖੇਡਦੇ ਆ ਇਹਨਾਂ ਦਾਵਾਂ ਦਾ ਕੀ ਅਸਰ ਪੈਂਦਾ ਹੈ ਜੀ।